ਮੁਖਤਿਆਰ ਸਿੰਘ ਦੀ ਕਹਾਣੀ ਤਾਇਆ ਰੱਬ। ਇੱਕ ਦਿਨ ਪਿੰਡ 'ਚ ਖਬਰ ਫੈਲ ਗਈ ਕਿ ਆਜ਼ਾਦੀ ਮਿਲ ਗਈ। ਪਰ ਪਤਾ ਕਿਸੇ ਨੂੰ ਨਾ ਲੱਗੇ ਕਾਹਦੀ ਆਜ਼ਾਦੀ ਮਿਲ ਗਈ, ਕਿਹਨੂੰ ਆਜ਼ਾਦੀ ਮਿਲ ਗਈ। ਪੰਡਤ ਹੱਟੀ ਦਾ ਸੌਦਾ ਪੱਤਾ ਲੈਣ ਵਾਸਤੇ ਸ਼ਹਿਰ ਜਾਂਦਾ ਰਹਿੰਦਾ ਸੀ। ਉਹਨੇ ਪਿੰਡ 'ਚ ਖੱਪ ਪਾਤੀ। ਹੁਣ ਅਸੀਂ ਆਜ਼ਾਦ ਹਾਂ, ਮੁਸਲਿਆਂ ਦਾ ਹੋਰ ਦੇਸ਼ ਬਣ ਗਿਆ, ਇਹਨਾਂ ਨੂੰ ਕੱਢ ਦੇਣਾ, ਵੱਢ ਦੇਣਾ, ਅੰਗਰੇਜ਼ ਨੱਠ ਗਿਆ। ਪਿੰਡ ਦੇ ਲੋਕ ਹੈਰਾਨ, ਕਿਸੇ ਨੂੰ ਪ੍ਰੋਧ ਦੀਆਂ ਗੱਲਾਂ ਦਾ ਸੱਚ ਨਹੀਂ ਸੀ ਆ ਰਿਹਾ। ਜਿੰਨੇ ਕੁ ਜੁਲਾਹਿਆਂ ਦੇ ਘਰ ਸੀ ਉਹ ਭੈ-ਭੀਤ ਹੋ ਗਏ। ਸਾਰੇ ਪਿੰਡ ਦਾ ਹੀ ਰੋਟੀ ਪਾਣੀ ਛੁੱਟ ਗਿਆ। ਨਿਆਣੇ ਇਕੱਠੇ ਹੋ ਕੇ ਗੱਲਾਂ ਕਰਨ ਲੱਗੇ, ਪਰ ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋਏਗਾ। ਕੁਝ ਚਿਰ ਪਿੱਛੋਂ ਮੋਹਨ ਲਾਲ ਵੀ ਆ ਰਲਿਆ। ਉੱਚੀ ਉੱਚੀ ਗਾਉਂਦਾ ਆ ਰਿਹਾ ਸੀ, ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ ਮੇਰਾ ਰੰਗ ਦੇ, ਗਦਰੀ ਬਾਬੇ ਜਿੰਦਾਬਾਦ। ਨਿਆਣੇ ਸੁਣ ਕੇ ਹੈਰਾਨ। ਤਾਰੇ ਨੇ ਆਉਂਦੇ ਨੂੰ ਕੀ ਕਿਹਾ, ਓਏ ਕਿਆ ਹੋਇਆ ਤੈਨੂੰ? ਉਹਨੇ ਆਪਣੇ ਆਪ ਨੂੰ ਸਾਰਿਆਂ ਨਾਲੋਂ ਸਿਆਣੇ ਸਮਝਦੇ ਹੋਏ ਫਖਰ ਨਾਲ ਕਿਹਾ, ਤੁਹਾਨੂੰ ਨਹੀਂ ਪਤਾ ਆਜ਼ਾਦੀ ਮਿਲ ਗਈ ਆ, ਗਦਰੀ ਬਾਬੇ ਜਿੰਦਾਬਾਦ। ਓਏ ਉਹ ਕਿਆ ਹੁੰਦੀ ਆ ਸਾਲਿਆ, ਸਾਡੇ ਪੱਲੇ ਤਾਂ ਪਾ, ਨੂਰੇ ਨੇ ਕਿਹਾ। ਪਿਤਾ ਜੀ ਕਹਿੰਦੇ ਆ ਆਪਣਾ ਰਾਜ ਆ ਗਿਆ, ਗੁਲਾਮੀ ਦੀਆਂ ਜੰਜੀਰਾਂ ਟੁੱਟ ਗਈਆਂ, ਅੰਗਰੇਜ਼ ਭਜਾਤੇ। ਜਾ ਓਏ ਬਾਹਮਣਾ, ਸਾਨੂੰ ਨਹੀਂ ਪਤਾ ਆਜ਼ਾਦੀ ਜੂਦੀ ਦਾ। ਆਓ ਏ ਚੱਲੀਏ ਖੇਲਣ, ਅੱਜ ਆਪਣਾ ਮੁਕਾਬਲਾ ਹੈ, ਤਾਰੇ ਨੇ ਸਭ ਤੋਂ ਅੱਗੇ ਹੋ ਕੇ ਕਿਹਾ। ਨਿਆਣੇ ਤੁਰ ਪਏ। ਮੋਹਨ ਨਾਲ ਉਹਨਾਂ ਦੇ ਨਾਲ ਜਾਣ ਦੀ ਬਜਾਏ ਘਰ ਨੂੰ ਨੱਠ ਗਿਆ। ਨੂਰਾ, ਮੁਹੰਮਦ, ਮੁਰਾਦ ਹੋਰਾਂ ਦੇ ਆਉਣ ਤੋਂ ਪਹਿਲਾਂ ਪ੍ਰੋਤ ਉਹਨਾਂ ਦੇ ਅੱਗੇ ਆ ਧਮਕਿਆ। ਉਹ ਹੱਕੇ ਬੱਕੇ ਰਹਿ ਗਏ। ਉਹਨੇ ਨਿਆਣਿਆਂ ਉੱਤੇ ਹੱਥ ਚੁੱਕਦਿਆਂ ਕਿਹਾ, ਓਏ ਟਟਿਆਣਿਓ ਜਿਹੋ, ਮੁੜੋ ਪਿੱਛੇ, ਮਾਰਨਗੇ ਤੁਹਾਨੂੰ, ਚਲੋ ਘਰਾਂ ਨੂੰ। ਉਹਨਾਂ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਹਿ ਰਿਹਾ ਹੈ। ਕੁਝ ਚਿਰ ਪਿੱਛੋਂ ਤਾਰਾ ਬੋਲਿਆ, ਦਾਦਾ ਜੀ ਸਾਡਾ ਮੁਕਾਬਲਾ ਖਿੱਦੋ ਖੂੰਡੀ ਦਾ। ਉਹਨੇ ਖਿੱਚ ਕੇ ਕਿਹਾ, ਸਾਲੇ ਹਰਾਮਜ਼ਾਦੇ ਨਾ ਹੋਣ, ਮੁੜ। ਤਾਰੇ ਨੇ ਆਲੇ ਦੁਆਲੇ ਦੇਖਿਆ ਤਾਂ ਮੋਹਨ ਲਾਲ ਦੂਰ ਖੜਾ ਦੇਖ ਰਿਹਾ ਸੀ। ਕਿਸੇ ਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਪੰਡਤ ਨਿਆਣਿਆਂ ਅੱਗੇ ਦੀਵਾਰ ਬਣਿਆ ਖੜਾ ਸੀ। ਕੇਸਰ ਹੌਲੀ ਜੀ ਵਿੱਚੋਂ ਹੀ ਖਿਸਕ ਗਿਆ। ਉਹ ਇੱਧਰ ਉੱਧਰ ਨੂੰ ਪੈਰ ਮਲਦਾ ਪੰਡਤ ਦੇ ਪਿਛਲੇ ਪਾਸੇ ਚਲਾ ਗਿਆ। ਹੌਲੀ ਜੀ ਬਹਿ ਕੇ ਉਹਨੇ ਪੰਡਤ ਦੀ ਧੋਤੀ ਦਾ ਲਟਕਦਾ ਲੜ ਖਿੱਚਤਾ ਤੇ ਆਪ ਸ਼ੂਟ ਵੱਟ ਕੇ ਦੌੜ ਗਿਆ। ਪੰਡਤ ਆਪਣੇ ਮੋਟੇ ਢਿੱਡ ਨੂੰ ਸਾਂਭਦਾ ਖੁੱਲ੍ਹੀ ਧੋਤੀ ਨੂੰ ਫੜਨ ਲੱਗ ਪਿਆ। ਉਹਨੇ ਛੇਤੀ ਛੇਤੀ ਧੋਤੀ ਬੰਨੀ ਤੇ ਲਾਲ ਮੂੰਹ ਕਰੀ ਆਲੇ ਦੁਆਲੇ ਵੇਖਣ ਲੱਗ ਪਿਆ। ਸਾਲੇ ਕੁੱਤੀ ਦੇ ਪੁੱਤਰ। ਨਿਆਣੇ ਉਹਨਾਂ ਚਿਰ ਨੂੰ ਕਿਤੇ ਤੇ ਕਿਤੇ ਜਾ ਲੁਕੇ। ਤਾਇਆ ਰੱਬ ਹੌਲੀ ਹੌਲੀ ਪੈਰ ਘੜੀਸਾ ਮਾਰਦਾ ਤੁਰਿਆ ਆ ਰਿਹਾ ਸੀ। ਧੁੱਦੜ ਉਹਦੇ ਪੈਰਾਂ ਨਾਲ ਉੱਡਦੀ ਤੇ ਆਲੇ ਦੁਆਲੇ ਖਿੰਡ ਜਾਂਦੀ। ਪਿੰਨੀਆਂ ਤੱਕ ਉਹਦੇ ਪੈਰ ਮਿੱਟੀ ਰੰਗੇ ਹੋ ਗਏ। ਪੰਡਤ ਤਾਏ ਦੇ ਮੂਹਰੇ ਜਾ ਖੜਾ ਹੋਇਆ। ਆਹ ਦੇਖ ਲੈ ਮੁੰਡਿਆਂ ਦੀ ਕਰਤੂਤ, ਮੇਰੀ ਧੋਤੀ ਖਿੱਚਤੀ। ਤਾਏ ਨੂੰ ਕੁਝ ਸਮਝ ਨਾ ਆਇਆ। ਉਹਨੇ ਕਿਹਾ, ਪ੍ਰੋਤ ਨਿਆਣਿਆਂ ਨੂੰ ਕੁਛ ਨਾ ਕਿਹਾ ਕਰੋ, ਇਹ ਜੜ੍ਹਾਂ ਨੇ ਜੜ੍ਹਾਂ। ਮੇਰੀ ਇਹਨਾਂ ਨੇ ਆਜ਼ਾਦੀ ਵਾਲੇ ਦਿਨ ਬੇਇੱਜ਼ਤੀ ਕੀਤੀ ਆ। ਪੰਡਤ ਨੇ ਚਿਹਰਾ ਲਾਲ ਕਰਦਿਆਂ ਕਿਹਾ, ਆ ਕਿਆ ਜਾਦੀ ਜੂਦੀ ਕਰੀ ਜਾਨਾ ਹੈ, ਕਿਆ ਇਹ? ਤਾਏ ਨੇ ਖੜ ਕੇ ਉਸ ਵੱਲ ਨੀਝ ਲਾ ਕੇ ਤੱਕਿਆ ਤਾਂ ਪੰਡਤ ਦਾ ਲਾਲ ਹੋਇਆ ਚਿਹਰਾ ਦੇਖ ਕੇ ਤੁਰ ਪਿਆ। ਰੋਜੀ ਜਾਓ ਘਰ, ਰਾਮ ਰਾਮ ਜਪੋ। ਪੰਡਤ ਕਹਿੰਦਾ ਤੁਰ ਪਿਆ। ਇਹਨਾਂ ਡੰਗਰਾਂ ਨੂੰ ਕੀ ਪਤਾ। ਦੂਜੇ ਦਿਨ ਪਿੰਡ 'ਚ ਉਸੇ ਤਰ੍ਹਾਂ ਰੌਲਾ ਪੈ ਗਿਆ। ਜੁਲਾਹਿਆਂ ਦੇ ਨਿਆਣੇ ਖੇਡਣ ਜਾਣ ਤੋਂ ਝਿਜਕਣ ਲੱਗ ਪਏ। ਉਹਨਾਂ ਆਪਣੇ ਦੇਸ਼ ਜਾਣ ਲਈ ਸਮਾਨ ਬੰਨ੍ਹ ਲਿਆ। ਇਸ ਗੱਲ ਦੀ ਉਹਨਾਂ ਨੇ ਭਿਣਕ ਨਹੀਂ ਸੀ ਪੈਣ ਦਿੱਤੀ। ਉਹਨਾਂ ਨੇ ਅੰਦਰੋਂ ਅੰਦਰ ਕਾਫੀ ਚਿਰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਉਹ ਹੌਲੀ ਹੌਲੀ ਘਰੋਂ ਬਾਹਰ ਨਿਕਲਣ ਲੱਗ ਪਏ ਅਤੇ ਜਦੋਂ ਪਿੰਡ ਦੇ ਵੱਡੇ ਦਰਵਾਜ਼ੇ ਕੋਲ ਆਏ ਤਾਂ ਪਿੰਡ ਵਾਲੇ ਵੀ ਇਕੱਠੇ ਹੋ ਗਏ। ਤਾਏ ਰੱਬ ਨੂੰ ਪਤਾ ਲੱਗਾ, ਭੱਜ ਕੇ ਜੁਲਾਹਿਆਂ ਦੇ ਅੱਗੇ ਜਾ ਖੜਾ ਹੋਇਆ। ਉਸ ਦਿਨ ਪਤਾ ਨਹੀਂ ਉਸ ਵਿੱਚ ਕਿੱਥੋਂ ਜੋਸ਼ ਆ ਗਿਆ। ਮੁੜੋ ਘਰਾਂ ਨੂੰ ਸਹੁਰਿਓ, ਸਾਨੂੰ ਛੱਡ ਕੇ ਕਿੱਥੇ ਚੱਲੇ ਹੋ? ਉਹਨੇ ਪੰਡਤ ਵੱਲ ਹੋ ਕੇ ਕਿਹਾ, ਜਾ ਓਏ ਬਾਹਮਣਾ, ਇੱਥੇ ਜੰਮੇ ਇੱਥੇ ਹੀ ਮਰਨਗੇ। ਜਾ ਓਏ ਖੈਰ ਦੀਨਾ ਘਰਾਂ ਨੂੰ, ਤੁਹਾਡਾ ਨਾਲੇ ਸਾਡਾ ਦੇਸ਼ ਹੋਰ ਕਿਵੇਂ ਹੋ ਜੂਗਾ? ਤਾਏ ਰੱਬ ਦੇ ਨਾਲ ਚੈਂਚਲ, ਕਾਬਲ, ਭਜਨਾ ਇੱਕ ਦੋ ਹੋਰ ਗੱਭਰੂ ਜਾ ਖੜੇ ਹੋਏ। ਉਹ ਪੰਡਤ ਵੱਲ ਬਿਨਾਂ ਧਿਆਨ ਦਿੱਤਿਆਂ ਖੁਦਾ ਬਖਸ਼ ਬਸ਼ੀਰ ਖੈਰਦੀਨ ਨੂੰ ਪਿੱਛੇ ਧੱਕਣ ਲੱਗ ਪਏ। ਚਲੋ ਸਹੁਰਿਓ ਘਰਾਂ ਨੂੰ, ਅਸੀਂ ਨਹੀਂ ਜਾਣ ਦਿੰਦੇ। ਪੰਡਤ ਦੰਦੀਆਂ ਜਿਹੀਆਂ ਚੜਾਉਂਦਾ ਤੁਰ ਪਿਆ। ਆਜ਼ਾਦੀ ਮਿਲੀ ਹੈ, ਇਹ ਅੰਦਰ ਖਾਤੇ ਆਪਣਾ ਦੇਸ਼ ਬਣਾਉਣ ਦੀ ਤਿਆਰੀ ਕਰਦੇ ਆ। ਸਾਲਿਆਂ ਨੇ ਪਹਿਲਾਂ ਦੱਸਿਆ ਨਹੀਂ। ਤਾਇਆ ਰੱਬ ਉਸੇ ਤਰ੍ਹਾਂ ਵਿਚਕਾਰ ਅੜਿਆ ਖੜਾ ਰਿਹਾ। ਜਿੰਨਾ ਚਿਰ ਸਾਰੇ ਜੁਲਾਈ ਵਾਪਸ ਨਹੀਂ ਮੁੜ ਗਏ। ਉਹਨਾਂ ਦੇ ਘਰ ਜਾਣ 'ਤੇ ਕੁਝ ਸੁੱਖ ਦਾ ਸਾਹ ਲਿਆ। ਕੁਝ ਸਮਝ ਨਹੀਂ ਆਉਂਦਾ। ਸਾਰੇ ਆਪੋ ਆਪਣੇ ਘਰ ਹੀ ਚਲੇ ਗਏ। ਰਾਤ ਸੁੱਖ ਸਾਂਦ ਨਾਲ ਲੰਘ ਗਈ, ਪਰ ਤਾਏ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਆਈ। ਉਹ ਮੂੰਹ 'ਚ ਬੁੜਬੁੜਾਉਂਦਾ ਰਿਹਾ, ਕੁਛ ਸਮਝ ਨਹੀਂ ਆਉਂਦਾ। ਸਵੇਰੇ ਸਵੇਰੇ ਜਦੋਂ ਪਿੰਡ ਵਾਲੇ ਘਰਾਂ 'ਚੋਂ ਬਾਹਰ ਨਿਕਲੇ, ਚੌਕੀਦਾਰ ਸਾਰਿਆਂ ਨੂੰ ਦੱਸਦਾ ਫਿਰ ਰਿਹਾ ਸੀ ਵੀ ਆਪਦੇ ਪਿੰਡ ਦੀ ਰਾਖੀ ਆਪ ਕਰਨੀ ਹੈ। ਤਕੜੇ ਹੋ ਕੇ ਸਿਪਾਹੀ ਦੱਸ ਕੇ ਗਿਆ।
ਚੌਕੀਦਾਰ ਦਾ ਹੋਕਾ ਸੁਣ ਕੇ ਕਈ ਹਲ ਜੋੜਨ ਨਹੀਂ ਸੀ ਗਿਆ। ਕੋਈ ਹਲਟ ਚਲਾਉਣ ਨਾ ਜਾ ਸਕਿਆ। ਸਾਰੇ ਇੱਕ ਦੂਜੇ ਵੱਲ ਮੂੰਹ 'ਚ ਉਂਗਲਾਂ ਪਾ ਕੇ ਵੇਖੀ ਜਾ ਰਹੇ ਸੀ। ਤਾਇਆ ਹੌਲੀ ਹੌਲੀ ਪੈਰ ਘੜੀਸਦਾ ਵੱਡੇ ਦਰਵਾਜ਼ੇ 'ਚ ਆ ਬੈਠਾ। ਉਹਨੂੰ ਦੇਖ ਕੇ ਕਈ ਹੋਰ ਆ ਗਏ। ਸਹਿਮਿਆ ਖੈਰਦੀਨ ਉਹਦੇ ਕੋਲ ਆ ਕੇ ਕਹਿਣ ਲੱਗਾ, ਅੱਲਾ ਦੇ ਵਾਸਤੇ ਸਾਨੂੰ ਜਾਣ ਦਿਓ। ਅਸੀਂ ਉਹ ਦੇਸ਼ ਦੇਖਿਆ ਤਾਂ ਨਹੀਂ, ਪਰ ਖੁਦਾ ਖੈਰ ਕਰੇ। ਤਾਏ ਨੇ ਉਹਨੂੰ ਇੱਕੋ ਦਬਕੇ ਨਾਲ ਭਜਾ ਦਿੱਤਾ। ਜਾਂਦਾ ਕਿ ਨਹੀਂ? ਅਸੀਂ ਮਰ ਗਏ, ਜਾ ਘਰ ਨੂੰ ਨੜ ਜਾ। ਖੈਰਦੀਨ ਘਰ ਨੂੰ ਚਲਾ ਗਿਆ। ਜਿਨ੍ਹਾਂ ਨੇ ਉਹਨੂੰ ਭੇਜਿਆ ਉਹਨਾਂ ਨੂੰ ਤਾਏ ਦੇ ਦਬਕੇ ਉਸੇ ਤਰ੍ਹਾਂ ਦੱਸਦੇ। ਉਹ ਆਪਣੇ ਆਪਣੀ ਘਰੇ ਸਹਿਮ ਗਏ। ਬੱਚੇ ਤੇ ਜਨਾਨੀਆਂ ਇਕੱਠੀਆਂ ਹੋ ਕੇ ਬੈਠੀਆਂ ਅੱਲਾ ਹੀ ਅੱਲਾ ਜਪਦੀਆਂ ਰਹੀਆਂ। ਪੰਡਤ ਵੱਡੇ ਦਰਵਾਜ਼ੇ ਦੇ ਇਕੱਠ 'ਚ ਕਹਿਣ ਲੱਗ ਪਿਆ, ਜੈ ਬਜਰੰਗ ਬਲੀ, ਖੂਨ ਦੀ ਹੋਲੀ ਖੇਡ ਕੇ ਆਜ਼ਾਦ ਹੋਏ ਆ। ਤਾਏ ਨੇ ਉਹਨੂੰ ਝਿੜਕਿਆ, ਕੌਲੇ ਮੂੰਹ ਵਾਲਾ। ਮਖਿਆ ਚੁੱਪ ਕਰ ਜਾ। ਭਜਨਾ ਹਰਨਾਮਾ ਕਾਬਲ ਵੀ ਪੰਡਤ ਦੇ ਮਗਰ ਪੈ ਗਏ। ਪੰਡਤ ਨੀਵਾਂ ਮੂੰਹ ਕਰਕੇ ਬੋਲਿਆ, ਪਛਤਾਓਗੇ, ਫਿਰ ਪਛਤਾਓਗੇ। ਵਿਰੋਧ ਦੀਆਂ ਗੱਲਾਂ ਯਾਦ ਕਰ ਕਰ। ਉਹਦੀ ਗੱਲ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਪਿੰਡ ਤੋਂ ਦੂਰ ਕੁੱਤੇ ਭੌਂਕਦੇ ਸੁਣਾਈ ਦਿੱਤੇ। ਸਾਰਿਆਂ ਦੇ ਕੰਨ ਕੁੱਤਿਆਂ ਵੱਲ ਲੱਗ ਗਏ। ਕੁੱਤੇ ਭੌਂਕਣ ਦੀ ਆਵਾਜ਼ ਨੇੜੇ ਆਉਂਦੀ ਗਈ। ਜਦੋਂ ਕੁੱਤੇ ਵੱਡੇ ਦਰਵਾਜ਼ੇ ਤੋਂ ਬਾਹਰ ਨੇੜੇ ਆਏ ਤਾਂ ਜ਼ੋਰ ਜ਼ੋਰ ਦੀ ਜੈਕਾਰੇ ਗੂੰਜਣ ਲੱਗ ਪਏ। ਬੋਲੇ, ਸੋ ਨਿਹਾਲ, ਸਤਿ ਸ੍ਰੀ ਅਕਾਲ। 30-35 ਬੰਦਿਆਂ ਦਾ ਟੋਲਾ ਬਰਛੇ, ਗੰਡਾਸੇ, ਤਲਵਾਰਾਂ ਤੇ ਸੋਟੀਆਂ ਚੁੱਕੀ ਤੇਜ਼ੀ ਨਾਲ ਪਿੰਡ ਵੱਲ ਵਧ ਰਿਹਾ ਸੀ। ਕੁੱਤੇ ਉਹਨਾਂ ਨੂੰ ਭੌਂਕ ਭੌਂਕ ਕੇ ਥੱਕ ਗਏ, ਪਰ ਕੁੱਤਿਆਂ ਨੇ ਉਹਨਾਂ ਨੂੰ ਭੌਂਕਦਿਆਂ ਭੌਂਕਦਿਆਂ ਰੋਕਣ ਦੀ ਕੋਸ਼ਿਸ਼ ਜਾਰੀ ਰੱਖੀ ਤੇ ਜੇ ਕੋਈ ਕੁੱਤਾ ਲੱਤਾਂ ਨੂੰ ਬੁਰਕ ਪਾਉਣ ਜਾਂਦਾ ਤਾਂ ਸੂਏ, ਬਰਛੇ, ਗੰਡਾਸਿਆਂ ਤੋਂ ਡਰ ਕੇ ਪਿੱਛੇ ਹਟ ਜਾਂਦਾ। ਟੋਲਾ ਨੇੜੇ ਆਇਆ ਵੇਖ ਕੇ ਹਰਨਾਮੇ ਨੇ ਇਕੱਠੇ ਹੋਏ ਲੋਕਾਂ ਨੂੰ ਕਿਹਾ, ਜਾਓ ਚੁੱਕ ਲਿਆਓ ਤਲਵਾਰਾਂ, ਬਰਛੇ। ਕੋਈ ਪਿੰਡ 'ਤੇ ਧਾਵਾ ਕਿਵੇਂ ਬੋਲੂ? ਤਾਏ ਨੇ ਕਿਹਾ, ਸ਼ੇਰੋ ਡਾਂਗਾਂ ਚੁੱਕ ਲਿਆਓ, ਪਿੰਡ ਦੀ ਅਣਖ ਦਾ ਸਵਾਲ ਹੈ। ਸਾਰੇ ਫੁਰਤੀ ਨਾਲ ਆਪਣੇ ਆਪਣੇ ਘਰੋਂ ਬਰਛੇ, ਗੰਡਾਸੇ, ਫੌੜੇ, ਸੋਟੀਆਂ ਜੋ ਵੀ ਹੱਥ ਲੱਗਾ ਚੁੱਕ ਲਿਆਏ। ਜੁਲਾਹੇ ਨੇ ਰੌਲਾ ਸੁਣ ਕੇ ਕੁੰਡੇ ਜੰਦਰੇ ਲਾ ਕੇ ਅੰਦਰ ਹੀ ਵੜ ਗਏ। ਤਾਏ ਦੇ ਹੱਥ ਵਿੱਚ ਵੀ ਇੱਕ ਜਣੇ ਨੇ ਡਾਂਗ ਫੜਾਤੀ। ਉਹ ਸਾਰੇ ਵੱਡੇ ਦਰਵਾਜ਼ੇ ਵਿਚਕਾਰ ਦੀਵਾਰ ਬਣ ਕੇ ਖੜ ਗਏ। ਤਾਏ ਨੇ ਉਹਨਾਂ ਨੂੰ ਨੇੜੇ ਆਇਆ ਵੇਖ ਕੇ ਲਲਕਾਰਾ ਮਾਰਿਆ, ਸ਼ੇਰ ਰੁਕੋ ਵੀ ਰੁਕੋ, ਦੱਸ ਕਿਆ ਗੱਲ ਆ? ਹਰਨਾਮੇ ਨੇ ਤਾਏ ਦੀ ਹਾਮੀ ਭਰੀ, ਦੱਸੋ ਕਿਵੇਂ ਚੜ੍ਹ ਕੇ ਆਏ ਪਿੰਡ 'ਤੇ? ਚੰਚਲ ਤਕੜਾ ਹੋ ਕੇ ਬੋਲਿਆ, ਤੁਹਾਡਾ ਹੌਸਲਾ ਕਿਵੇਂ ਪਿਆ ਬਈ ਇੱਧਰ ਆਉਣ ਦਾ? ਓਪਰੇ ਬੰਦਿਆਂ ਦਾ ਟੋਲਾ ਰੁਕ ਗਿਆ। ਉਹਨਾਂ ਵਿੱਚੋਂ ਇੱਕ ਨੇ ਆਪਣਾ ਬਰਛਾ ਧਰਤੀ 'ਚ ਗੱਡਦੇ ਹੋਏ ਕਿਹਾ, ਤੁਹਾਡੇ ਪਿੰਡ ਜਿੰਨੇ ਮੁਸਲੇ ਆ ਕੱਢੋ ਬਾਹਰ। ਇੱਕ ਹੋਰ ਨੇ ਗੰਡਾਸਾ ਮੋਢੇ 'ਤੇ ਲਹਿਰਾਉਂਦਿਆਂ ਕਿਹਾ, ਇਹਨਾਂ ਸਾਡੇ ਭਰਾ ਉੱਧਰ ਵੱਡੇ ਆ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ। ਲੋਥਾਂ ਦੀਆਂ ਗੱਡੀਆਂ ਭਰ ਭਰ ਆਉਂਦੀਆਂ ਨੇ ਬਾਹਰ ਤੋਂ। ਇੱਕ ਜਣਾ ਹੋਰ ਡਾਂਗ ਨੂੰ ਧਰਤੀ 'ਤੇ ਖੜਕਾਉਂਦਾ ਹੋਇਆ ਬੋਲਿਆ, ਅਸੀਂ ਬਦਲਾ ਲੈਣਾ। ਤੁਸੀਂ ਸਾਡੇ ਪਿੰਡ ਦੇ ਮੁਸਲੇ ਵੱਢੋ, ਅਸੀਂ ਤੁਹਾਡੇ ਪਿੰਡ ਦੇ ਵੱਢਾਂਗੇ, ਨਾਲੇ ਲੁੱਟਾਂਗੇ। ਤਾਏ ਤੋਂ ਸੁਣ ਕੇ ਰਿਹਾ ਨਾ ਗਿਆ। ਉਹ ਤੁਹਾਡੀ ਆ ਮਾਂ ਦੀ, ਕਹਿੰਦਾ ਹੋਇਆ ਡਾਂਗ ਉੱਚੀ ਚੁੱਕ ਕੇ ਟੋਲੇ ਵੱਲ ਨੂੰ ਪੈਰ ਘੜੀਸਿਆ। ਉਹਦੇ ਹਿੱਲਣ ਦੀ ਦੇਰ ਸੀ। ਸਾਰੇ ਜਣੇ ਬਾਹਰੋਂ ਆਏ ਟੋਲੇ 'ਤੇ ਟੁੱਟ ਪਏ। ਟੋਲੇ ਵਾਲੇ ਆਦਮੀ ਭੱਜ ਗਏ। ਉਹਨਾਂ ਨੂੰ ਐਸੀ ਆਸ ਨਹੀਂ ਸੀ ਵੀ ਪਿੰਡ ਵਾਲੇ ਉਹਨਾਂ ਦੇ ਮਗਰ ਪੈ ਜਾਣਗੇ। ਕਿਸੇ ਦੀ ਜੁੱਤੀ ਰਹਿ ਗਈ, ਕਿਸੇ ਦੀ ਪੱਗ, ਕਿਸੇ ਦਾ ਪਰਨਾ ਡਿੱਗ ਪਿਆ। ਪਿੰਡ ਦੇ ਕੁੱਤੇ ਵੀ ਭੱਜੇ ਜਾਂਦਿਆਂ ਵੱਲ ਦੌੜ ਪਏ। ਪਿੰਡ ਦਾ ਬੰਨਾ ਟਪਾ ਕੇ ਉਹਨਾਂ ਨੇ ਸਾਹ ਲਿਆ। ਤਾਇਆ ਕਹਿੰਦਾ ਆ ਰਿਹਾ ਸੀ, ਕੁਛ ਸਮਝ ਨਹੀਂ ਆਉਂਦਾ ਸ਼ੇਰੋ। ਹਰਨਾਮੇ ਨੇ ਉਹਨੂੰ ਦੱਸਿਆ, ਬੜੇ ਭਾਈ ਪ੍ਰੋਹਤ ਦੱਸਦਾ ਧੀ ਜਾਦੀ ਮਿਲ ਗਈ, ਮੁਲਕ 2 ਹਿੱਸਿਆਂ 'ਚ ਵੰਡਿਆ ਗਿਆ। ਸ਼ੇਰੋ ਇਹ ਬਲਾ ਹੈ ਕਿਆ? ਤਾਇਆ ਮੁੜ ਪੁੱਛਦਾ। ਚੈਂਚਲ ਨੇ ਤਾਏ ਨੂੰ ਕੋਲ ਹੁੰਦਿਆਂ ਕਿਹਾ, ਬੜੇ ਭਾਈ ਕਹਿੰਦੇ ਆ ਮੁਰਾਦ ਅਲੀ ਹੋਰਾਂ ਦਾ ਦੇਸ ਹੋਰ ਹੋ ਗਿਆ। ਸ਼ੇਰੋ ਇੱਕੋ ਪਿੰਡ ਦੇ ਜੰਮੇ, ਕਿਵੇਂ ਹੋਰ ਹੋ ਜੂਗਾ? ਕੁਛ ਸਮਝ ਨਹੀਂ ਆਉਂਦੀ। ਤਾਇਆ ਉੱਠ ਕੇ ਹੌਲੀ ਹੌਲੀ ਤੁਰ ਪਿਆ। ਆਥਣ ਤੱਕ ਕਈ ਅਫਵਾਹਾਂ ਆਈਆਂ। ਨਿਆਣੇ ਹੈਰਾਨ ਹੋਏ, ਵੱਡਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਰਹੇ। ਸਾਰਿਆਂ ਨੂੰ ਖੇਡਣਾ ਭੁੱਲ ਗਿਆ। ਇਕੱਲੇ ਦੁਕੱਲੇ ਕਿਸੇ ਨਿਆਣੇ ਨੂੰ ਬਾਹਰ ਨਿਕਲਣ ਨਹੀਂ ਸੀ ਦਿੱਤਾ ਜਾ ਰਿਹਾ। ਦੂਜੇ ਪਿੰਡ ਤੋਂ ਆਏ ਟੋਲੇ ਦਾ ਰੌਲਾ ਰੱਪਾ ਵੀ ਨਿਆਣਿਆਂ ਨੇ ਕੋਠਿਆਂ 'ਤੇ ਚੜ੍ਹ ਕੇ ਦੇਖਿਆ। ਰਾਤ ਨੂੰ ਹਰਨਾਮੇ ਨੇ ਕੋਠੇ ਤੋਂ ਰੌਲਾ ਪਾਤਾ, ਅੱਗ ਓਏ ਅੱਗ। ਅੱਗ ਦਾ ਰੌਲਾ ਸੁਣ ਕੇ ਸਾਰੇ ਆਪੋ ਆਪਣੇ ਕੋਠਿਆਂ 'ਤੇ ਚੜ੍ਹ ਕੇ ਆਲੇ ਦੁਆਲੇ ਦੇ ਪਿੰਡਾਂ ਵੱਲ ਵੇਖਣ ਲੱਗ ਪਏ। ਅੱਗ ਦੀਆਂ ਲਾਟਾਂ ਅਸਮਾਨਾਂ ਵੱਲ ਉੱਠਦੀਆਂ ਸੀ। ਚੈਂਚਲ ਬੋਲਿਆ, ਇਹ ਅੱਗ ਤਾਂ ਕਟਾਲੇ ਲੱਗੀ ਲੱਗਦੀ ਆ। ਮਹਿੰਦਰ ਆਪਣੇ ਕੋਠੇ ਤੋਂ ਬੋਲਿਆ, ਇੱਧਰ 9 ਲੜੀ 'ਚੋਂ ਦੂਰੋਂ ਲਾਟਾਂ ਬਲਦੀਆਂ ਦਿਸਦੀਆਂ, ਉੱਥੇ ਮੁਸਲਮਾਨਾਂ ਦਾ ਗੜ੍ਹ ਹੈ। ਤਾਇਆ ਹੌਲੀ ਹੌਲੀ ਸਾਰਿਆਂ ਨੂੰ ਆਵਾਜ਼ਾਂ ਦਿੰਦਾ ਵੱਡੇ ਦਰਵਾਜ਼ੇ ਨੂੰ ਤੁਰ ਪਿਆ। ਸ਼ੇਰੋ ਦੇਖਦੇ ਕਿਆ, ਆਓ ਡਾਂਗਾ ਲੈ ਕੇ, ਕੋਈ ਹੱਲਾ ਨਾ ਬੋਲ ਦੇਵੇ। ਉਹਦਾ ਲਲਕਾਰਾ ਸੁਣ ਕੇ ਸਾਰੇ ਡਾਂਗਾ ਫੜੀ ਵੱਡੇ ਦਰਵਾਜ਼ੇ ਅੱਗੇ ਇਕੱਠੇ ਹੋ ਗਏ। ਜਾਓ ਪਿੰਡ ਦੇ ਆਲੇ ਦੁਆਲੇ ਖੜ੍ਹ ਜਾਓ ਕੰਧ ਬਣ ਕੇ, ਆਪਾਂ ਇੱਥੇ ਅੱਗ ਦੀਆਂ ਲਾਟਾਂ ਨਹੀਂ ਨਿਕਲਣ ਦੇਣੀਆਂ। ਸਾਰੇ ਜਣੇ ਪਿੰਡ ਦੇ ਆਲੇ ਦੁਆਲੇ ਜਾ ਖੜ੍ਹੇ ਹੋਏ। ਤਾਇਆ ਵੱਡੇ ਦਰਵਾਜ਼ੇ ਦੇ ਵਿਚਕਾਰ ਖੜ੍ਹ ਗਿਆ। ਰਾਤ ਲੰਘ ਗਈ। ਦਿਨ ਚੜ੍ਹਦਿਆਂ ਹੀ ਲੋਕ ਪਾਗਲਾਂ ਵਾਂਗ ਭੱਜ ਕੇ ਨੇੜਲੇ ਪਿੰਡਾਂ ਨੂੰ ਜਾਣ ਲੱਗ ਪਏ। ਕਿਸੇ ਹੱਥ ਬਰਛਾ, ਕਿਸੇ ਦੇ ਕਿਰਪਾਨ, ਕਿਸੇ ਦੇ ਸਿਰ 'ਤੇ ਟਰੰਕ,
ਕਿਸੇ ਹੱਥ ਕੱਪੜਾ, ਕਿਸੇ ਨਾਲ ਜਨਾਨੀ। ਤਾਇਆ ਦਰਵਾਜ਼ੇ 'ਚ ਥੰਮ ਬਣਿਆ ਖੜਾ ਰਿਹਾ। ਉਸ ਹੱਲਾਸ਼ੇਰੀ ਨਾਲ ਪਿੰਡ 'ਚ ਕੋਈ ਓਪਰਾ ਆਦਮੀ ਆਉਣ ਨਹੀਂ ਸੀ ਦਿੱਤਾ। ਪੰਡਤ ਸਾਰੀ ਰਾਤ ਸੁੱਤਾ ਰਿਹਾ। ਸਵੇਰੇ ਦਰਵਾਜ਼ੇ 'ਚ ਆ ਕੇ ਤਾਏ ਕੋਲ ਬੋਲਣ ਲੱਗ ਪਿਆ, ਸਹੁੰ ਦੇਵੀ ਦੀ, ਰਾਤੀ ਮੇਰਾ ਭਰਾ ਸ਼ਹਿਰੋਂ ਆਇਆ। ਉਹ ਦੱਸਦਾ ਹੈ ਬਾਹਰ 'ਚ ਮੁਸਲਿਆਂ ਨੇ ਹਿੰਦੂ ਸਿੱਖ ਵੱਢਿਆ। ਸਹੁੰ ਦੇਵੀ ਦੀ, ਧੀਆਂ ਭੈਣਾਂ ਦੀ ਇੱਜ਼ਤ ਲੁੱਟ ਕੇ ਬੱਚਿਆਂ ਸਮੇਤ ਕਤਲ ਕੀਤੇ ਨੇ। ਇੱਧਰ ਵੀ ਸ਼ੁਰੂ ਹੋ ਗਿਆ, ਰਾਮ ਰਾਮ, ਹਰੀ ਓਮ, ਹਰੀ ਓਮ। ਤਾਏ ਨੇ ਉਹਨੂੰ ਚੁੱਪ ਕਰਾਉਂਦਿਆਂ ਕਿਹਾ, ਜਾ ਓਏ, ਭੱਜ ਜਾ ਇੱਥੋਂ। ਪੰਡਤ ਨੇ ਥੋੜ੍ਹੀ ਦੂਰ ਹੁੰਦਿਆਂ ਕਿਹਾ, ਉਹ ਤੁਸੀਂ ਵੀ ਮੂਰਖ ਦੇ ਮੂਰਖ ਹੀ ਰਹਿਣਾ। ਤੁਹਾਡੇ ਨਾਲੋਂ ਗੁੱਜਰ ਤੇ ਨੀਵੀਆਂ ਜਾਤਾਂ ਵਾਲੇ ਚੰਗੇ ਆ, ਜਿਨ੍ਹਾਂ ਨੇ ਬਦਲਾ ਲੈਣ ਲਈ ਜੋੜੇ ਪੁਲਾਂ 'ਤੇ ਜਾ ਕੇ ਮਲੇਰਕੋਟਲੇ ਨਹੀਂ ਪਹੁੰਚਣ ਦਿੱਤੇ। ਵੱਡ ਵੱਡ ਨਹਿਰ ਭਰਤੀ, ਨਾ ਕੋਈ ਪੁਲਿਸ ਵਾਲਾ ਨਾ ਸਰਕਾਰ, ਬਸ ਲੁੱਟ ਲਓ, ਮਾਰ ਦਿਓ, ਰਾਜ ਹੈ। ਤੂੰ ਜਾਣਦਾ ਕਿ ਨਹੀਂ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ। ਤਾਏ ਨੇ ਡਾਂਗ ਚੱਕੀ ਤੇ ਉਹ ਭੱਜ ਗਿਆ। ਤਾਇਆ ਦਰਵਾਜ਼ੇ ਦੀ ਡਾਟ ਕੋਲ ਜਾ ਕੇ ਮੁੜ ਆਇਆ। ਉਧਰੋਂ ਡਾਟ ਵੱਲੋਂ ਇੱਕ ਚੱਕਰ ਲਾਇਆ, ਖੜਾ ਹੋ ਕੇ ਲਲਕਾਰਾ ਮਾਰਿਆ, ਸ਼ੇਰੋ ਆਪੋ ਆਪਣੀ ਥਾਂ ਡਟੇ ਰਹੋ, ਕੋਈ ਪਿੰਡ 'ਚ ਨਾ ਵੜੇ। ਠੀਕ ਹੈ, ਠੀਕ ਹੈ, ਚਾਰੇ ਪਾਸਿਓਂ ਆਵਾਜ਼ਾਂ ਆਈਆਂ। ਨਿਆਣੇ ਪਿੰਡ ਦੇ ਬਾਹਰ ਖੜੇ ਤਾਏ ਚਾਚੇ ਬਾਬਿਆਂ ਨੂੰ ਰੋਟੀ ਪਾਣੀ ਲੱਸੀ ਲਿਜਾ ਕੇ ਖਵਾਉਂਦੇ ਪਿਆਉਂਦੇ ਰਹੇ। ਤਾਇਆ ਸਾਰਿਆਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ, ਸ਼ਾਬਾਸ਼ੇ ਸ਼ੇਰੋ, ਸ਼ਾਬਾਸ਼ੇ। ਨਿਆਣੇ ਡਰੇ ਤੇ ਸਹਿਮੇ ਫੁਰਤੀ 'ਚ ਆ ਗਏ। ਕਈ ਦਿਨ ਲੰਘ ਜਾਣ ਪਿੱਛੋਂ ਪਿੰਡ ਦੇ ਬਾਹਰ ਮਿਲਟਰੀ ਦੀ ਗੱਡੀ ਆ ਰੁਕੀ। ਮਿਲਟਰੀ ਅਫਸਰ ਨੇ ਪਿੰਡ 'ਚ ਸੁਨੇਹਾ ਭੇਜਤਾ ਵੀ ਸਾਰੇ ਮੁਸਲਮਾਨ ਆਪਣਾ ਆਪਣਾ ਸਮਾਨ ਚੁੱਕ ਕੇ ਬਾਹਰ ਆ ਜਾਣ, ਤਾਂ ਕਿ ਉਹਨਾਂ ਨੂੰ ਕੈਂਪਾਂ 'ਚ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਜਾਏ। ਜੁਲਾਇਆ ਨੂੰ ਸੁਨੇਹਾ ਮਿਲਣ ਦੀ ਦੇਰ ਸੀ। ਉਹਨਾਂ ਪਹਿਲਾਂ ਹੀ ਬੰਨਿਆ ਸਮਾਨ, ਜਿੰਨਾ ਕੁ ਚੁੱਕ ਸਕਦੇ ਸੀ ਚੁੱਕ ਲਿਆ। ਤਾਇਆ ਪਹਿਲਾਂ ਤਾਂ ਉਹਨਾਂ ਵੱਲ ਦੇਖੀ ਗਿਆ, ਫਿਰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮਿਲਟਰੀ ਵਾਲੇ ਉਹਨਾਂ ਨੂੰ ਕਾਹਲੀ ਕਾਹਲੀ ਤੁਰਨ ਲਈ ਕਹਿ ਰਹੇ ਸੀ। ਤਾਏ ਨੇ ਜਿਵੇਂ ਦੂਜੇ ਪਿੰਡ ਤੋਂ ਆਏ ਹਮਲਾਵਰਾਂ ਦਾ ਟੋਲਾ ਰੋਕਿਆ ਸੀ, ਉਸੇ ਤਰ੍ਹਾਂ ਪਿੰਡ ਵਾਲਿਆਂ ਨੂੰ ਹੱਲਾਸ਼ੇਰੀ ਦਿੱਤੀ, ਆਓ ਸ਼ੇਰੂ, ਆਪਾਂ ਇਹਨਾਂ ਨੂੰ ਜਾਣ ਨਹੀਂ ਦੇਣਾ, ਇੱਕੋ ਪਿੰਡ ਦੇ ਜੰਮੇ ਪਲੇ ਆ। ਉਹ ਅੱਗੇ ਹੋਏ, ਪਰ ਮਿਲਟਰੀ ਵਾਲਿਆਂ ਨੇ ਰੋਕਤਾ। ਬੰਦੂਕਾਂ ਤੋਂ ਡਰਦੇ ਉਹ ਪਿੱਛੇ ਹੋ ਗਏ, ਕਿਸੇ ਨੂੰ ਉਹਨਾਂ ਦੇ ਨੇੜੇ ਨਹੀਂ ਜਾਣ ਦਿੱਤਾ। ਖਿੱਦੋ ਖੂੰਡੀਆਂ ਗੁੱਲੀ ਡੰਡੇ ਚੁੱਕੀ ਜਾ ਰਹੇ। ਖੁਦਾ ਬਖਸ਼ ਨੂਰੇ ਅਹਿਮਦ ਤੇ ਬਸ਼ੀਰ ਨਿਆਣਿਆਂ ਸਿਆਣਿਆਂ ਵੱਲ ਅੱਖਾਂ ਭਰ ਕੇ ਹੈਰਾਨ ਹੋਏ ਝਾਕਦੇ ਰਹੇ। ਨਿਆਣੇ ਇਉਂ ਡਰੇ ਸੀ ਜਿਵੇਂ ਬੁੱਲ੍ਹ ਸੀਤੇ ਗਏ ਹੋਣ। ਉਹਨਾਂ ਨੂੰ ਕੋਈ ਪਤਾ ਨਹੀਂ ਸੀ ਉਹ ਕਿੱਥੇ ਲਿਜਾਏ ਜਾ ਰਹੇ, ਕਿਉਂ ਜਾ ਰਹੇ, ਕਿੰਨੇ ਚਿਰ ਲਈ ਜਾ ਰਹੇ। ਉਹਨਾਂ ਦੋਵਾਂ ਦੀਆਂ ਮਾਵਾਂ ਉਹਨਾਂ ਨੂੰ ਛੇਤੀ ਛੇਤੀ ਖਿੱਚ ਰਹੀਆਂ ਸਨ। ਛੇਤੀ ਕਰੋ, ਮਾਰ ਦੇਣਗੇ ਇਹਨਾਂ ਨੂੰ, ਤਾਂ ਬੱਚਿਆਂ ਦਾ ਤਰਸ ਵੀ ਨਹੀਂ ਆਉਂਦਾ। ਸਿੱਟੋ ਗੁੱਲੀਆਂ ਖਿੱਦੋਆਂ। ਉਹਨਾਂ ਨੇ ਨਿਆਣਿਆਂ ਹੱਥੋਂ ਗੁੱਲੀ ਡੰਡੇ ਖਿੱਦੋ ਖੂੰਡੀਆਂ ਸੁੱਟਵਾਤੀਆਂ। ਤਾਰੇ ਹੋਰੀ ਧੁੱਦੜ ਉੱਤੇ ਪਈ ਗੁੱਲੀ ਡੰਡੇ ਖਿੱਦੋ ਖੂੰਡੀਆਂ ਨੂੰ ਬਿਟਰ ਬਿਟਰ ਦੇਖੀ ਜਾ ਰਹੇ ਸੀ। ਉਹਨਾਂ ਵੱਲ ਦੇਖ ਕੇ ਡੁਸਕਣ ਲੱਗ ਪਏ ਤੇ ਉਹ ਮੂੰਹ ਮੋੜ ਲਏ, ਜਿਵੇਂ ਕਹਿ ਰਹੇ ਹੋਣ, ਭੁੱਲਿਆ ਚੁੱਕਿਆ ਮਾਫ਼ ਕਰਨਾ। ਪਿੰਡ 'ਚ ਕੁੱਤੇ ਬਾਰ ਬਾਰ ਉਹਨਾਂ ਮਗਰ ਜਾ ਕੇ ਚੂੰ ਚੂੰ ਕਰਦੇ ਪੁੱਛਾਂ ਹਿਲਾਉਂਦੇ। ਉਹਨਾਂ ਦੀ ਗਲੀ ਦੇ ਕਈ ਕੁੱਤੇ ਉਹਨਾਂ ਦੇ ਨਾਲ ਤੁਰ ਪਏ ਸਨ, ਪਰ ਮਿਲਟਰੀ ਵਾਲਿਆਂ ਨੇ ਰਾਈਫਲਾਂ ਦੇ ਬੱਟ ਮਾਰ ਮਾਰ ਕੇ ਕੁੱਤਿਆਂ ਨੂੰ ਭਜਾ ਦਿੱਤਾ। ਤਾਇਆ, ਜਿਹੜਾ ਹੁਣ ਤੱਕ ਬੁੱਤ ਬਣਿਆ ਖੜਾ ਸੀ, ਭੱਜ ਕੇ ਕਾਫਲੇ ਦੇ ਮੂਹਰੇ ਜਾ ਪਿਆ, ਸ਼ੇਰੋ ਆਓ, ਅਸੀਂ ਨਹੀਂ ਜਾਣ ਦੇਣਾ। ਉਹਦੀ ਆਵਾਜ਼ ਸੁਣ ਕੇ ਪਿੰਡ ਦੇ ਬੰਦੇ ਵੀ ਕਾਫਲੇ ਦੇ ਮੂਹਰੇ ਜਾ ਪਏ। ਮਿਲਟਰੀ ਵਾਲੇ ਕਾਫਲੇ ਅੱਗੇ ਪਏ ਬੰਦਿਆਂ ਨੂੰ ਠੋਡੇ ਮਾਰ ਮਾਰ ਉਠਾਉਣ ਲੱਗ ਪਏ। ਉਹ ਫਿਰ ਵੀ ਨਾ ਉੱਠੇ। ਜਿੰਨਾ ਚਿਰ ਤੱਕ ਤਾਏ ਨੇ ਨਾ ਕਿਹਾ, ਉਹ ਪਏ ਰਹੇ ਤੇ ਠੁੱਡ ਖਾਈ ਗਏ। ਹਾਰ ਕੇ ਮਿਲਟਰੀ ਅਫਸਰ ਨੇ ਇੱਕ ਹਵਾਈ ਫਾਇਰ ਕਰਤਾ। ਨਿਆਣੇ ਪਹਿਲੀ ਵਾਰ ਅਜਿਹੀ ਗੋਲੀ ਚੱਲਦੀ ਵੇਖ ਕੇ ਸਿਰ ਪੱਟ ਘਰਾਂ ਨੂੰ ਦੌੜ ਗਏ। ਦਰਖਤਾਂ ਉੱਤੇ ਬੈਠੇ ਮੋਰ ਕਿਉਂ ਕਿਉਂ ਕਰਨ ਲੱਗ ਪਏ। ਕਬੂਤਰ, ਘੁੱਗੀਆਂ, ਚਿੜੀਆਂ ਸਭ ਉੱਡ ਕੇ ਅਸਮਾਨ 'ਚ ਚੱਕਰ ਕੱਟਣ ਲੱਗ ਪਈਆਂ। ਕੁੱਤੇ ਭੌਂਕਣ ਲੱਗ ਪਏ। ਇੱਕ ਹੋਰ ਫਾਇਰ ਹੋਇਆ। ਅੱਧੇ ਕੁ ਜਣੇ ਕਾਫਲੇ ਅੱਗੋਂ ਹੌਲੀ ਹੌਲੀ ਖਿਸਕ ਗਏ। ਤਾਇਆ ਡੋਲ ਉਸੇ ਤਰ੍ਹਾਂ ਪਿਆ ਰਿਹਾ। ਮਿਲਟਰੀ ਵਾਲੇ ਉਹਨਾਂ ਨੂੰ ਚੁੱਕ ਕੇ ਰਸਤੇ 'ਚੋਂ ਪਾਸੇ ਕਰਨ ਲੱਗ ਪਏ। ਤਾਏ ਰੱਬ ਨੂੰ ਜਦੋਂ ਦੋ ਸਿਪਾਹੀਆਂ ਨੇ ਪੈਰਾਂ ਤੇ ਬਾਹਾਂ ਤੋਂ ਫੜਿਆ ਤਾਂ ਬੁੜਕ ਕੇ ਛੁੱਟ ਗਿਆ, ਪਰ ਦੋ ਹੋਰ ਮਿਲਟਰੀ ਵਾਲੇ ਆ ਗਏ। ਚੋਹਾਂ ਨੇ ਤਾਏ ਨੂੰ ਚੁੱਕੇ ਉਹ ਰਸਤੇ 'ਚੋਂ ਪਰੇ ਵਗਾਹ ਮਾਰਿਆ, ਜਿਵੇਂ ਲੱਕੜ ਦਾ ਮੁੱਛਾ ਹੋਵੇ। ਉੜਦੀ ਧੂੜ 'ਚ ਕੁਛ ਦਿਸ ਨਹੀਂ ਸੀ ਰਿਹਾ। ਤਾਇਆ ਉੱਠ ਕੇ ਕਾਫਲੇ ਦੇ ਮਗਰ ਨੱਠਿਆ, ਪਰ ਉਹ ਕਾਫੀ ਦੂਰ ਚਲੇ ਗਏ ਸੀ। ਹੰਭਿਆ ਹਾਰਿਆ ਤਾਇਆ ਅੜਕ ਕੇ ਡਿੱਗ ਪਿਆ। ਉਹਨੇ ਛੇਤੀ ਛੇਤੀ ਅੱਖਾਂ ਮਲ ਕੇ ਧੂੜ 'ਚ ਦੇਖਿਆ ਤਾਂ ਉਹਨੂੰ ਨੂਰੇ, ਕੇਸਰ, ਨੰਜਣ, ਮੋਹਨ ਲਾਲ, ਖੁਦਾ ਬਖਸ਼ ਹੋਰਾਂ ਦੀਆਂ ਖੂੰਡੀਆਂ ਧੁੱਦਲ ਉੱਤੇ ਖੇਡਦੀਆਂ ਦਿਸੀਆਂ। ਧੂੜ ਸੰਘਣੀ ਹੋ ਜਾਣ ਕਰਕੇ ਤਾਏ ਰੱਬ ਨੇ ਅੱਖਾਂ 'ਤੇ ਜ਼ੋਰ ਦੇ ਕੇ ਰੰਗ ਬਿਰੰਗੀਆਂ ਲੀਰਾਂ ਦੀ ਖਿੱਦੋ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਿਵਾਏ ਧੂੜ ਦੇ ਉਹਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਉਹਦੇ ਮੂੰਹੋਂ ਨਿਕਲ ਗਿਆ, ਸ਼ੇਰੋ ਖਿੱਦੋ ਲੱਭੋ, ਖਿੱਦੋ। ਧੰਨਵਾਦ। ਅਗਲੀ ਕਹਾਣੀ ਮਨਮੋਹਨ ਸਿੰਘ ਦਾਊਂ ਦੀ ਹੈ, ਫਰਿਸ਼ਤੇ ਵਰਗਾ ਮਨੁੱਖ।
17 ਅਗਸਤ 1999 ਦਾ ਦਿਨ, ਭਾਰਤ ਨੂੰ ਆਜ਼ਾਦੀ ਮਿਲਣ ਵਾਲਾ ਮਹੀਨਾ। ਸਵੇਰੇ ਸਵੇਰੇ ਮੈਂ ਡਿਊਟੀ 'ਤੇ ਜਾਣ ਲਈ ਤਿਆਰ ਹੋ ਰਿਹਾ। ਬੂਹੇ 'ਤੇ ਦਸਤਕ ਹੁੰਦੀ ਹੈ। ਮੈਂ ਬੂਹਾ ਖੋਲ੍ਹਦਾ। ਇੱਕ ਪੇਂਡੂ ਬਜ਼ੁਰਗ ਮੈਥੋਂ ਮੇਰੇ ਪਿਤਾ ਜੀ ਬਾਰੇ ਪੁੱਛਣ ਲੱਗਦਾ ਹੈ। ਮੈਂ ਉਹਦਾ ਨਾਂ ਤਾਂ ਨਹੀਂ ਜਾਣਦਾ, ਪਰ ਉਸ ਬਜ਼ੁਰਗ ਨੂੰ ਗੁਆਂਢੀ ਪਿੰਡ ਦਾ ਹੋਣ ਕਰਕੇ ਪਛਾਣ ਲੈਂਦਾ। ਮੈਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ। ਉਹ ਆਪਣੀ ਖੂੰਡੀ ਦੇ ਸਹਾਰੇ ਮੇਰੀ ਨਮਸਕਾਰ ਦਾ ਉੱਤਰ ਦਿੰਦਾ ਹੈ। ਮੇਰੇ ਪਿਤਾ ਜੀ ਕਿਸੇ ਕੰਮ ਸ਼ਹਿਰ ਗਏ ਹੁੰਦੇ ਨੇ। ਦਰਅਸਲ ਉਹ ਬਜ਼ੁਰਗ ਪਿਤਾ ਜੀ ਨਾਲ ਆਪਣੇ ਪੁਰਾਣੇ ਮੋਹ ਨੂੰ ਸਾਂਝਾ ਕਰਨ ਆਇਆ। ਮੈਂ ਬਜ਼ੁਰਗ ਨੂੰ ਅੰਦਰ ਲੈ ਆਉਣਾ ਅਤੇ ਬੈਠਕ 'ਚ ਬਿਠਾ ਲੈਂਦਾ। ਉਹਦੀ ਉਮਰ ਉਹਦੀ ਸਫੈਦ ਦਾੜੀ ਤੋਂ 17 ਤੋਂ ਵੱਧ ਜਾਪਦੀ ਹੈ। ਮੈਥੋਂ ਘਰ ਦੀ ਖਬਰਸਾਰ ਪੁੱਛਣ ਲੱਗਦਾ ਹੈ। ਉਹਨੂੰ ਥੋੜ੍ਹਾ ਉੱਚਾ ਸੁਣਦਾ ਹੈ। ਮੈਨੂੰ ਜ਼ਰਾ ਜ਼ੋਰ ਦੇ ਕੇ ਬੋਲਣਾ ਪੈਂਦਾ ਹੈ। ਮੈਂ ਉਹਦੀ ਸਫੈਦ ਪੁਸ਼ਾਕ ਵੱਲ ਧਿਆਨ ਕਰਦਾ। ਗੱਲਾਂ ਹੁੰਦੀਆਂ ਹਨ। ਉਹ ਬਾਰ-ਬਾਰ ਰੱਬ ਦਾ ਸ਼ੁਕਰ ਕਰਦਾ ਹੈ। ਵਧੀਆ ਲੰਘ ਗਈ, ਬਸ ਹੁਣ ਤਾਂ ਥੋੜ੍ਹੀ ਜਿਹੀ ਰਹਿ ਗਈ, ਉਹ ਵੀ ਲੰਘ ਜਾਣੀ ਹੈ। ਪਰ ਸਾਊ, ਹੁਣ ਉਹ ਜ਼ਮਾਨੇ ਨਹੀਂ ਰਹੇ। ਮੈਂ ਵਿੱਚੋਂ ਟੋਕ ਕੇ ਚਾਹ ਪਾਣੀ ਬਾਰੇ ਪੁੱਛਦਾ। ਸਭ ਕੁਝ ਛਕਿਆ ਹੋਇਆ, ਬਸ ਜੀ ਕੀਤਾ ਚਲੋ ਤੁਹਾਡੇ ਪਿਤਾ ਜੀ ਨੂੰ ਹੀ ਮਿਲ ਚੱਲਾਂ। ਹੁਣ ਤਾਂ ਬਾਹਰ ਤੁਰਨ ਫਿਰਨ ਦਾ ਵਕਤ ਨਹੀਂ ਰਿਹਾ। ਹੁਣ ਉਮਰ ਵੀ ਜਵਾਬ ਦਿੰਦੀ ਜਾਪਦੀ ਹੈ। ਚਲੋ ਚਾਹ ਤਾਂ ਜ਼ਰੂਰ ਪੀ ਲਾਂਗਾ, ਬਸ ਭਾਈ ਅੱਖ। ਬਜ਼ੁਰਗ ਅੱਗੋਂ ਬੋਲਦਾ ਹੈ। ਢਿਲਕੀ ਹੋਈ ਪਗੜੀ, ਢਿੱਲੀ ਜਿਹੀ ਦਾੜੀ ਦੀ ਗੁੱਟੀ ਤੋਂ ਉਹਦੀ ਸਾਦਗੀ ਸਪਸ਼ਟ ਜਾਪਦੀ ਹੈ। ਉਹਦੇ ਚਿਹਰੇ ਦੀਆਂ ਝੁਰੜੀਆਂ ਮੈਨੂੰ ਕੁਝ ਹੋਰ ਵੀ ਡੂੰਘੀਆਂ ਜਾਪਣ ਲੱਗਦੀਆਂ ਹਨ। ਮੈਨੂੰ ਡਿਊਟੀ 'ਤੇ ਜਾਣ ਦੀ ਕਾਹਲ ਭੁੱਲ ਜਾਂਦੀ ਹੈ। ਘਰ ਆਏ ਬੰਦੇ ਦੀ ਮਹਿਮਾਨ ਨਿਵਾਜ਼ੀ ਕਰਨੀ ਮੈਂ ਜ਼ਰੂਰੀ ਸਮਝਦਾ। ਅਸੀਂ ਦੋਵੇਂ ਗੱਲਾਂ 'ਚ ਰਚ ਮਿਚ ਜਾਂਦੇ ਹਾਂ। ਪਿੰਡ ਦੇ ਕਈ ਬੰਦਿਆਂ ਬਾਰੇ ਗੱਲਾਂ ਹੁੰਦੀਆਂ ਹਨ। ਇੰਨੇ ਨੂੰ ਮੇਰੀ ਬੇਟੀ ਪਾਣੀ ਦਾ ਗਲਾਸ ਲਿਆ ਧਰਦੀ ਹੈ। ਪਾਣੀ ਪੀਣ ਪਿੱਛੇ ਉਹ ਗੱਲ ਧੋਰੀ ਰੱਖਦਾ ਹੈ। ਆਪਣੇ ਪੁੱਤ ਪੋਤਿਆਂ ਦੀਆਂ ਗੱਲਾਂ ਕਰਨ ਲੱਗਦਾ ਹੈ। ਉਹਨਾਂ ਵੱਲੋਂ ਕੀਤੀ ਜਾਂਦੀ ਸੇਵਾ ਤੋਂ ਪੂਰਾ ਸੰਤੁਸ਼ਟ ਜਾਪਦਾ ਹੈ। ਬਜ਼ੁਰਗੋ, ਚੰਗੇ ਕਰਮਾਂ ਵਾਲਿਓ, ਨਹੀਂ ਤਾਂ ਅੱਜ ਕੱਲ੍ਹ ਮੈਂ ਕਹਿਣ ਲੱਗਦਾ, ਹੁਣ ਤਾਂ ਸਾਊ ਉਹ ਬੰਦੇ ਹੀ ਨਹੀਂ ਰਹੇ। ਮੋਹ ਮੁਹੱਬਤਾਂ ਵੀ ਮੁੱਕ ਗਈਆਂ। ਬਜ਼ੁਰਗ ਦੇ ਬੋਲਾਂ 'ਚੋਂ ਜਿਵੇਂ ਇੱਕ ਹੂਕ ਜਿਹੀ ਨਿਕਲਦੀ ਹੈ। ਧਰਮੀ ਬੰਦੇ ਕਦੇ ਖਤਮ ਨਹੀਂ ਹੁੰਦੇ। ਨੇਕੀ ਤੇ ਬਦੀ ਧੁਰੋਂ ਹੀ ਚੱਲੀ ਆਈ ਹੈ। ਮੈਂ ਜਿਵੇਂ ਉਹਦੇ ਦਿਲ ਦੀ ਗੱਲ ਬੋਚ ਲੈਂਦਾ। ਇੰਨੇ ਨੂੰ ਮੇਰੀ ਘਰਵਾਲੀ ਚਾਹ ਲਿਆ ਧਰਦੀ ਹੈ। ਅਸੀਂ ਚਾਹ ਪੀਣ ਲੱਗਦੇ ਹਾਂ। ਬਿਰਧ ਹੁੰਦੇ ਹੋਏ ਵੀ ਉਹਦੀਆਂ ਅੱਖਾਂ ਦੀ ਜੋਤ ਕਾਫੀ ਕਾਇਮ ਲੱਗਦੀ ਹੈ। ਗੱਲਾਂ ਗੱਲਾਂ 'ਚੋਂ ਪੰਜਾਬ ਦੇ ਹਾਲਾਤ ਤੋਂ ਗੱਲ 1947 ਦੀ ਵੰਡ ਬਾਰੇ ਛਿੜ ਜਾਂਦੀ ਹੈ। ਸਾਊ, ਸ਼ਾਇਦ ਤੈਨੂੰ ਦੱਸਿਆ ਹੋਊ ਤੇਰੇ ਪਿਤਾ ਨੇ। ਮੈਂ ਪੁੱਛਣ ਹੀ ਲੱਗਦਾ, ਕੀ? ਸੁਣ, ਤੁਹਾਡਾ ਦਾਊ ਪਿੰਡ ਦੇ ਮੁਸਲਮਾਨਾਂ ਨੂੰ ਜਦ ਛੱਡਣ ਗਏ ਖੈੜ ਕੈਂਪ 'ਚ ਸੰਨ 47 'ਚ, ਤਾਂ ਇੱਕ ਟੋਲੇ ਨੇ ਉਹਨਾਂ ਨੂੰ ਦੇਸੂ ਮਾਜਰੇ ਪਿੰਡ ਕੋਲ ਘੇਰ ਲਿਆ। ਕਹਿੰਦੇ ਅਸੀਂ ਨਹੀਂ ਸੁੱਕੇ ਜਾਣ ਦੇਣੇ ਮੁਸਲੇ। ਟੁੱਕਣੇ ਆ ਟੁੱਕਣੇ। ਅਸੀਂ ਤਾਂ ਦੱਸਦੇ ਆ ਭਈ ਤੇਰੇ ਪਿਤਾ ਨੇ ਬੜੀ ਦਲੇਰੀ ਕੀਤੀ। ਸਭ ਦੇ ਅੱਗੇ ਖੜੋ ਗਿਆ। ਲਓ ਪਹਿਲਾਂ ਮੈਨੂੰ ਮਾਰੋ, ਕਹਿਣ ਲੱਗਾ। ਮੈਂ ਆਪਣੇ ਸਾਹਮਣੇ ਕੁਛ ਨਹੀਂ ਹੋਣ ਦੇਣਾ। ਮੇਰੇ ਪਿੰਡ ਦੀ ਇੱਜ਼ਤ ਹੈ ਇਹ। ਬਸ ਮੌਕਾ ਸੀ ਸਾਊ, ਸਾਂਭਿਆ ਗਿਆ। ਸਭ ਦੀ ਰਹਿ ਗਈ। ਕਿਸੇ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ। ਸਭ ਨੂੰ ਠੀਕ ਠਾਕ ਖੈੜ ਪਹੁੰਚਾਤਾ। ਬਜ਼ੁਰਗੋ, ਮੈਨੂੰ ਉਦੋਂ ਦੀ ਸੋਝੀ ਹੈ। ਕਈ ਗੱਲਾਂ ਮੈਨੂੰ ਹੁਣ ਵੀ ਯਾਦ ਹੈ। ਮੈਂ ਹੁੰਗਾਰਾ ਭਰਦਾ। ਅੱਛਾ ਅੱਛਾ, ਬਜ਼ੁਰਗ ਸਿਰ ਹਿਲਾਉਂਦਾ। ਕੋਈ ਹੋਰ ਘਟਨਾ ਦੱਸੋ, ਮੈਂ ਪੁੱਛਣ ਲਈ ਉਤਾਵਲਾ ਹੁੰਦਾ। ਪਤਾ ਨਹੀਂ, ਰੱਬ ਤਾਈਓ ਦਿਆਲ ਹੈ। ਲੈ ਸੁਣ, ਤੈਨੂੰ ਹੱਲਿਆਂ ਦੀ ਸੱਚੀ ਘਟਨਾ ਦੱਸਾਂ। ਉਹ ਤੁਹਾਡੇ ਪਿੰਡ ਦੇ ਬੰਨੇ 'ਤੇ ਸ਼ੀਂਹਪੁਰ ਵਾਲੀ ਥਾਂ, ਕਲਰਾਂ ਵਾਲੀ, ਉੱਥੇ ਆਪਣੇ ਇਲਾਕੇ ਦੇ ਮੁਸਲਮਾਨ ਹੀ ਮੁਸਲਮਾਨ ਵੱਡੇ ਟੁੱਕੇ ਪਏ। ਕਿਸੇ ਦੀ ਟੰਗ, ਕਿਸੇ ਦੀ ਬਾਂਹ, ਕਿਸੇ ਦੀ ਖੋਪੜੀ, ਕਿਸੇ ਦੀ ਧੜ, ਤੀਵੀਆਂ ਦੀਆਂ ਗੁੱਤਾਂ, ਨੰਗੀਆਂ ਛਾਤੀਆਂ। ਕਿਤੇ ਕੋਈ ਬੱਚਾ। ਬੜਾ ਕਤਲੇਆਮ ਹੋਇਆ ਉੱਥੇ। ਕਿਆ ਹਿਸਾਬ ਰਿਹਾ ਲਹੂ ਦਾ। ਲਹੂ ਦੇ ਛੱਪੜ ਦੇਖ ਕੇ ਭੈ ਆਉਂਦਾ। ਲਾਸ਼ਾਂ ਦੇ ਢੇਰ ਹੀ ਢੇਰ। ਸਭ ਕੁਛ ਅੱਖੀਂ ਦੇਖਿਆ। ਇੱਕ ਦਿਨ ਅਸੀਂ ਕਈ ਜਣੇ ਉੱਥੇ ਮੁਸਲਮਾਨਾਂ ਨੂੰ ਦੇਖਣ ਚਲੇ ਗਏ। ਬਜ਼ੁਰਗ ਬੋਲਦਾ ਬੋਲਦਾ ਰੁਕ ਗਿਆ। ਮੈਂ ਬਹੁਤ ਗੰਭੀਰ ਹੋ ਜਾਂਦਾ। ਮੈਥੋਂ ਹੁੰਗਾਰਾ ਵੀ ਭਰਿਆ ਨਹੀਂ ਜਾਂਦਾ। ਅੱਖੀ ਡਿੱਠੀ ਘਟਨਾ ਬਾਰੇ ਦੱਸਣ ਲੱਗਦਾ ਹੈ। ਕਹਿਰ ਦਾ ਦਿਨ। 17 ਕੁ ਸਾਲ ਦੀ ਇੱਕ ਮੁਟਿਆਰ ਲਾਸ਼ਾਂ ਦੇ ਢੇਰ ਥੱਲੇ ਪਈ ਤੜਪੇ, ਜ਼ਖਮੀ ਛੱਪੜੀ 'ਚ ਲਹੂ ਨਾਲ ਲੱਥ-ਪੱਥ ਹੋਈ, ਬੇਹੋਸ਼, ਬੜੀ ਸੁਨੱਖੀ। ਪੇਟ 'ਚ ਉਹਦੇ ਬੱਚਾ। ਬਰਛੇ 'ਤੇ 7 ਪੱਛ ਉਹਦੀ ਵੱਖੀ 'ਚ ਧੁਰ ਤੱਕ ਪਾਣੀ ਨੂੰ ਤਰਸੇ। ਸੁਣਦੇ ਸੁਣਦੇ ਮੈਂ ਲੰਮਾ ਹੌਕਾ ਭਰਦਾ। ਹਾਲਤ ਦੇਖੀ ਨਾ ਜਾਏ। ਛੱਪੜੀ 'ਚੋਂ ਉਹਨੇ ਗਾਰਾ ਚੂਸ ਚੂਸ ਬੁੱਲ੍ਹ ਲਬੇੜੇ ਹੋਏ। ਕਈ ਦਿਨਾਂ ਤੋਂ ਭੁੱਖਣ ਭਾਣੀ, ਜ਼ਬਰ ਤੋਂ ਇੱਜ਼ਤ ਬਚਾਉਂਦੀ, ਬੇਵੱਸ ਹੋਈ। ਮਾਰਨ ਵਾਲੇ ਤਾਂ ਉਹਨੂੰ ਮਾਰ ਗਏ। ਮੈਂ ਉਹਨੂੰ ਪਛਾਣ ਲਿਆ। ਸਾਡੇ ਗੁਆਂਢੀ ਪਿੰਡ ਬਹਿਲੋਲਪੁਰ ਦੇ ਮੁਸਲਮਾਨ ਜੁਲਾਹੇ ਸੈਨ ਬਖਸ਼ ਦੀ ਧੀ ਸ਼ਰੀਫਣ, ਬਾਤਣ ਮੁਸਲਮਾਨਣੀ ਦੀ ਬੇਟੀ, ਬੜੀ ਜਵਾਨ, ਸੁਥਰੀ, ਡੀਲ ਡੌਲ ਵਾਲੀ।
ਮੈਂ ਕਹਾਣੀ ਸੁਣਦਾ ਸੁਣਦਾ ਪਸੀਜ ਜਾਂਦਾ। ਬਜ਼ੁਰਗ ਦੀਆਂ ਅੱਖਾਂ ਅੱਗੇ ਦਰਦਨਾਕ ਦ੍ਰਿਸ਼ ਘੁੰਮਣ ਲੱਗਦਾ ਹੈ। ਮੈਨੂੰ ਇੰਜ ਮਹਿਸੂਸ ਹੁੰਦਾ ਹੈ ਸੈਨ ਬਖਸ਼ ਬੜਾ ਮੁਹੱਬਤੀ, ਮੇਰਾ ਲਿਹਾਜ਼ੀ, ਤਕੜੇ ਘਰ ਵਾਲਾ, ਬੰਨੇ ਚੰਨੇ, ਪੂਰਾ ਦਬਦਬਾ ਉਹਦਾ, ਸਾਡੀ ਚੰਗੀ ਜਾਣ ਪਛਾਣ। ਪਰ ਸਮੇਂ ਦੀ ਜ਼ਾਲਮ ਨੇਰੀ ਬੰਦੇ ਨੂੰ ਕੱਖ ਕਾਨਿਆਂ ਤੋਂ ਵੀ ਹੌਲਾ ਕਰ ਦਿੰਦੀ ਹੈ। ਮੈਨੂੰ ਸੈਨ ਬਖਸ਼ ਦੀ ਮੁਲਾਜ਼ੇਦਾਰੀ ਨੂੰ ਝੰਜੋੜ ਸੁੱਟਿਆ। ਮੈਂ ਅੰਦਰੋਂ ਹਿੱਲ ਗਿਆ। ਮੇਰੇ ਸਾਥੀ ਵੀ ਹੈਰਾਨ ਹੋਣ। ਮੈਨੂੰ ਲੱਗਿਆ ਜਿਵੇਂ ਬਜ਼ੁਰਗ ਦਾ ਗਲਾ ਭਰ ਆਇਆ ਹੋਵੇ। ਸਾਊ, ਮੈਂ ਦਿਲ ਕੈੜਾ ਕੀਤਾ। ਮੈਂ ਆਪਣੀ ਧੋਤੀ ਅੱਧ ਨੰਗੀ ਸ਼ਰੀਫਣ ਉੱਤੇ ਦਿੱਤੀ। ਲੋਥ ਸਮਝ ਕਿਵੇਂ ਨਾ ਕਿਵੇਂ ਮੈਂ ਉਹਨੂੰ ਚੁੱਕਿਆ, ਆਪਣੇ ਘਰ ਲੈ ਆਇਆ। ਕੱਪੜੇ ਲਹੂ ਨਾਲ ਲਿਬੜ ਗਏ। ਰਸਤੇ 'ਚ ਹਮਲੇ ਦਾ ਡਰ, ਪਰ ਸ਼ੁਕਰ ਰੱਬ ਦਾ ਕੋਈ ਮੰਦੀ ਗੱਲ ਨਾ ਹੋਈ। ਘਰ ਲਿਆ ਕੇ ਮੈਂ ਸ਼ਰੀਫਰ ਨੂੰ ਪਿਛਲੀ ਕੋਠੜੀ 'ਚ ਮੰਜੇ 'ਤੇ ਲਟਾਤਾ ਤਾਂ ਜੋ ਕਿਸੇ ਨੂੰ ਸੂਹ ਨਾ ਲੱਗੇ। ਫਿਕਰ ਇਹ ਸੀ ਵੀ ਕਿਤੇ ਮਰ ਨਾ ਗਈ ਹੋਵੇ। ਪਰ ਸਾਹ ਚੱਲਦਾ ਰਿਹਾ। ਮੇਰੀ ਘਰ ਵਾਲੀ ਨੇ ਸ਼ਰੀਫਨ ਦੀ ਮੱਲਮ ਪੱਟੀ ਕੀਤੀ, ਦੁੱਧ ਪਿਲਾਇਆ, ਢਾਰਸ ਦਿੱਤੀ। ਕਿੰਨੀ ਦੇਰ ਉਸ ਕੋਲ ਬੈਠੀ ਰਹੀ। ਮਨੁੱਖ ਦੀ ਹਮਦਰਦੀ ਦਾ ਲਹੂ ਬੜਾ ਗਾੜਾ ਹੁੰਦਾ ਹੈ। ਮੇਰੇ ਮੂੰਹੋਂ ਨਿਕਲਦਾ ਹੈ। ਰਾਤ ਹੋਈ। ਚੋਰੀ ਚੋਰੀ ਮੈਂ ਪਿੰਡ 'ਚੋਂ ਕਿਰਪੋ ਦਾਈ ਨੂੰ ਬੁਲਾ ਲਿਆਂਦਾ। ਨੇਰੇ ਨੇਰੇ ਉਹ ਆਈ। ਬੜੀ ਸਿਆਣੀ ਸੀ ਕਿਰਪੋ। ਮੇਰੇ ਘਰ ਵਾਲੀ ਕੋਲ ਰਹੀ, ਸਾਂਭ ਸੰਭਾਲ ਕੀਤੀ। ਬੱਚਾ ਤਾਂ ਖਰਾਬ ਹੋ ਗਿਆ ਪਰ ਸ਼ਰੀਫਣ ਬਚ ਗਈ। ਮੈਂ ਰੱਬ ਦਾ ਸ਼ੁਕਰ ਕੀਤਾ। ਧੰਨ, ਮੇਰੇ ਮੂੰਹੋਂ ਇੰਨਾ ਹੀ ਨਿਕਲਦਾ ਹੈ। ਸ਼ਰੀਫਣ ਮੇਰੇ ਘਰ ਕਈ ਮਹੀਨੇ ਰਹੀ। ਮੈਂ ਉਹਨੂੰ ਧੀ ਬਣਾ ਕੇ ਰੱਖਿਆ। ਹੱਲੇ ਗੁੱਲੇ ਲੰਘ ਗਏ। ਲੋਕਾਂ ਨੂੰ ਭਿਣਕ ਪੈ ਗਈ। ਕਈਆਂ ਨੇ ਮੇਰੇ 'ਤੇ ਉੱਜਾਂ ਵੀ ਲਾਈਆਂ। ਬੜਾ ਕੁਝ ਸਿਆ ਭਾਈ ਮੈਂ ਬਜ਼ੁਰਗ ਨੂੰ ਝਿਜਕਦੇ ਉਹਦਾ ਨਾਂ ਪੁੱਛਦਾ। ਗੁਰਦਿਆਲ ਸਿਉਂ ਸਿੰਘਾਂ ਦਾ ਘਰ, ਰਾਏਪੁਰ ਵਾਲਾ। ਉਮਰ ਕਿੰਨੀ ਕੁ ਹੋ ਗਈ? ਮੈਂ ਦੂਜਾ ਪ੍ਰਸ਼ਨ ਪੁੱਛਦਾ। 80 ਤੋਂ ਉੱਤੇ। ਮੈਂ ਅੰਦਾਜ਼ਾ ਲਾਉਣਾ ਕਿ ਉਦੋਂ ਬਜ਼ੁਰਗ ਦੀ ਉਮਰ 35 ਕੁ ਸਾਲ ਦੀ ਹੋਏਗੀ, ਭਰ ਜਵਾਨੀ ਵਾਲੀ। ਕਈ ਪ੍ਰਸ਼ਨ ਮੇਰੀ ਸੋਚ ਨੂੰ ਟੁੰਬਦੇ ਨੇ। ਤੇ ਅੱਗੇ ਕੀ ਹੋਇਆ? ਮੈਂ ਪੁੱਛਦਾ। ਕਈਆਂ ਨੇ ਮੁਸਲਮਾਨ ਔਰਤਾਂ ਨੂੰ ਹਿੰਦੂ ਜਾਂ ਸਿੱਖ ਬਣਾ ਕੇ ਰੱਖ ਲਿਆ। ਕਈਆਂ ਨੇ ਹੋਰਾਂ ਤੋਂ ਮੁੱਲ ਖਰੀਦ ਲਈਆਂ। ਸ਼ਰੀਫਨ ਬਾਰੇ ਵੀ ਮੇਰੇ ਕੋਲ ਬਹੁਤ ਫਰਮਾਇਸ਼ਾਂ ਆਈਆਂ। ਕਈ ਕਹਿੰਦੇ ਇਹਦੀ ਸਾਂਭ ਸੰਭਾਲ ਦਾ ਜੋ ਖਰਚਾ ਆ ਲੈ ਲੈ, ਹੋਰ ਵੱਧ ਲੈਣਾ ਤਾਂ ਦੱਸ। ਭਲਾ ਆਪਣੀ ਧੀ ਨੂੰ ਕੋਈ ਕਿਵੇਂ ਵੇਚ ਸਕਦਾ? ਮੇਰੇ ਮੂੰਹੋਂ ਨਿਕਲਦਾ। ਸਾਊ, ਸਾਡਾ ਘਰ ਤਕੜਾ ਸੀ। ਕਈ ਜੱਥੇ ਸਾਡੇ ਪਿੰਡ ਆਏ, ਪਰ ਸ਼ਰੀਫਨ ਨੂੰ ਚੁੱਕ ਕੇ ਲੈ ਜਾਣ ਦੀ ਕਿਸੇ ਦੀ ਹਿੰਮਤ ਨਾ ਪਈ। ਸਾਡੇ ਘਰ ਨੂੰ ਅੱਗ ਲਾਉਣ ਤੱਕ ਦਾ ਡਰਾਵਾ ਵੀ ਦਿੱਤਾ ਗਿਆ। ਪਿੰਡ ਦੀਆਂ ਤਲਾਸ਼ੀਆਂ ਹੋਣ ਲੱਗ ਪਈਆਂ, ਰੱਖੀਆਂ ਹੋਈਆਂ ਮੁਸਲਮਾਨ ਔਰਤਾਂ ਨੂੰ ਪਾਕਿਸਤਾਨ ਭੇਜਣ ਲਈ। ਸਾਨੂੰ ਵੀ ਸ਼ਰੀਫਨ ਦਾ ਨਾਂ ਬਦਲਣਾ ਪਿਆ। ਸੋਚ ਸੋਚ ਕੇ ਨਸੀਬ ਕੌਰ ਰੱਖਤਾ। ਹੁਣ ਉਹਨੂੰ ਸਾਰੇ ਨਸੀਬ ਕੌਰ ਕਹਿ ਕੇ ਬੁਲਾਉਂਦੇ। ਇਸੇ 'ਚ ਭਲਾ ਸੀ। ਸ਼ਰੀਫਨ ਮੇਰਾ ਲੱਖ ਲੱਖ ਸ਼ੁਕਰ ਕਰਦੀ। ਕਦੇ ਮੇਰੇ ਗਲ ਨਾਲ ਚਿੰਬੜ ਕੇ ਭੁੱਬਾ ਮਾਰਦੀ। ਮੈਥੋਂ ਦੁੱਖ ਝੱਲਿਆ ਨਾ ਜਾਂਦਾ। ਕਈ ਵਾਰ ਮੈਂ ਉਹਨੂੰ ਪਾਕਿਸਤਾਨ ਜਾਣ ਬਾਰੇ ਵੀ ਪੁੱਛਿਆ। ਬਾਪੂ, ਪਾਕਿਸਤਾਨ ਜਾ ਕੇ ਮੈਂ ਕੀ ਲੈਣਾ? ਮੇਰਾ ਉੱਥੇ ਕੌਣ ਹੈ? ਹੁਣ ਤਾਂ ਤੁਸੀਂ ਮੇਰੇ ਸਭ ਕੁਝ ਹੋ। ਨਸੀਬ ਕੌਰ ਤਾਂ ਮਾਰ ਕੇ ਰੋਂਦਿਆਂ ਕਹਿੰਦੀ। ਉਹਦੇ ਪਰਿਵਾਰ ਦਾ ਕੋਈ ਵੀ ਜੀਅ ਜਿਉਂਦਾ ਨਾ ਰਿਹਾ। ਦੱਸਦੀ ਹੁੰਦੀ ਸੀ, ਮੈਂ ਤਾਂ ਬਿਮਾਰੀ ਨਾਲ ਮਰ ਗਈ ਸੀ। ਮਾਂ ਤਾਂ ਬਿਮਾਰੀ ਨਾਲ ਮਰ ਗਈ ਸੀ। ਅੱਬਾ ਜਾਨ ਹੱਲਿਆਂ ਦੀ ਬਲੀ ਚੜ੍ਹ ਗਿਆ। 7 ਭੈਣ ਦਾ ਭਰਾ ਤਾਂ ਕੋਈ ਨਹੀਂ ਸੀ। 4 ਭੈਣਾਂ ਪਲੇਗ ਨੇ ਖਾ ਲਈਆਂ। ਛੋਟੀ ਭੈਣ ਮੇਰੇ ਸਾਹਮਣੇ ਦੁਸ਼ਟਾਂ ਨੇ ਵੱਢ ਸੁੱਟੀ। ਇੱਕ ਭੈਣ ਬਚਦੀ ਬਚਾਉਂਦੀ ਪਾਕਿਸਤਾਨ ਧਕੇਲੀ ਗਈ। ਹੁਣ ਤਾਂ ਉਹ ਵੀ ਨਹੀਂ ਰਹੀ। ਵਿਚਾਰੀ ਦਾ ਕੁਨਬਾ ਹੀ ਖਤਮ ਹੋ ਗਿਆ। ਘਰ ਵਾਲਾ ਟੋਲੇ ਨੇ ਵੱਢ ਸੁੱਟਿਆ। ਮਨੁੱਖ ਦੀ ਦਰਿੰਦਗੀ ਕਿੰਨੀ ਭਿਆਨਕ ਹੁੰਦੀ, ਮੈਂ ਸੋਚਣ ਲੱਗਦਾ। ਮੈਂ ਤੇ ਮੇਰੀ ਘਰ ਵਾਲੀ ਕਿੰਨੇ ਮਹੀਨੇ ਸ਼ਸ਼ੋ ਪੰਜ 'ਚ ਪਏ ਰਹੇ। ਕਰੀਏ ਤਾਂ ਕੀ ਕਰੀਏ? ਖਾਨਦਾਨੀ ਬੰਦੇ ਨੂੰ ਬੜਾ ਕੁਝ ਸੋਚਣਾ ਪੈਂਦਾ। ਬਜ਼ੁਰਗ ਇੱਕ ਲੰਮਾ ਸਾਹ ਲੈਂਦਾ। ਮੈਨੂੰ ਇਉਂ ਲੱਗਦਾ ਜਿਵੇਂ ਬਜ਼ੁਰਗ ਦਾ ਅੰਦਰ ਰੋ ਪਿਆ ਹੋਵੇ। ਕਿੰਨੇ ਇਤਫਾਕ ਦੀ ਗੱਲ ਹੈ। ਪੂਰੇ 42 ਸਾਲ ਪਹਿਲਾਂ ਦੀ ਘਟਨਾ, ਲੋਕਾਂ ਤੋਂ ਸੁਣੀ ਦੰਦ ਕਥਾ। ਅੱਜ ਮੈਂ ਇੱਕ ਅਸਲ ਪਾਤਰ ਕੋਲੋਂ ਹੱਡਬੀਤੀ ਦੇ ਰੂਪ ਵਿੱਚ ਸੁਣ ਹੋਣ ਲੱਗਦਾ। ਬਜ਼ੁਰਗ ਅੱਗੇ ਦੱਸਣਾ ਸ਼ੁਰੂ ਕਰਦਾ। ਸਮਾਂ ਲੰਘਿਆ। ਠੰਡ ਠੇਰ ਹੋ ਗਈ। ਇੱਕ ਦਿਨ ਸੰਤਾ ਸਿਉਂ ਟਰਾਂਸਪੋਰਟਰ ਬੱਲੋ ਮਾਜਰੇ ਵਾਲਾ, ਨਾਨਕੇ ਪਿੰਡ ਵਾਲਾ, ਸਾਡੇ ਘਰ ਬੰਦੇ ਲੈ ਕੇ ਆ ਗਿਆ। ਮੈਂ ਗੱਲ ਤਾੜ ਗਿਆ। ਪਿੰਡ ਵਾਲਿਆਂ ਨੇ ਵੀ ਮੇਰੇ 'ਤੇ ਦਬਾਅ ਪਾਇਆ। ਭਾਈਚਾਰੇ ਦੀ ਗੱਲ ਮੋੜਨੀ ਵੀ ਔਖੀ। ਅਖੀਰ ਨਸੀਬ ਕੌਰ ਦਾ ਰਿਸ਼ਤਾ ਮੈਨੂੰ ਸੰਤਾ ਸਿਉਂ ਦੇ ਸਾਲੇ ਨਾਲ ਕਰਨਾ ਪਿਆ। ਇੱਕ ਗੱਲੋਂ ਮੈਂ ਰੱਬ ਦਾ ਸ਼ੁਕਰ ਕੀਤਾ ਵੀ ਲੋੜਵੰਦ ਦੇ ਘਰ ਦੀਵਾ ਬਲਦਾ ਤਾਂ ਹੋਊ। ਕਿਤੇ ਨਾ ਕਿਤੇ ਤਾਂ ਉਹਨੂੰ ਬਿਠਾਲਣਾ ਹੀ ਪੈਣਾ ਸੀ। ਧੀ ਕਿਸੇ ਦੀ ਵੀ ਹੋਵੇ, ਜਦੋਂ ਬੂਹੇ ਉੱਠਦੀ ਹੈ ਤਾਂ ਘਰ ਦੀਆਂ ਚੁਗਾਠਾਂ 'ਚ ਵੀ ਹੁੱਬ ਨਿਕਲਦੀ ਹੈ। ਧੀ ਨਸੀਬੋ ਦੀ ਖੈਰ ਸੁੱਖ ਲੋੜੀ। ਸ਼ਗਨ ਪਾਇਆ। ਅਗਲੇ ਦਿਨ ਸੰਤਾ ਸਿਉਂ ਦੇ ਸਾਲੇ ਸਾਧੂ ਸਿੰਘ ਨਾਲ ਉਹਨੂੰ ਤੋਰਤਾ। ਹੋਰ ਚਾਰਾ ਵੀ ਕੀ ਸੀ। ਕਿੰਨੇ ਹੀ ਦਿਨ ਘਰ ਭਾਂ ਭਾਂ ਕਰਦਾ ਰਿਹਾ। ਕਿੰਨੇ ਹੀ ਦਿਨ ਮੇਰੀ ਘਰ ਵਾਲੀ ਦੇ ਅੱਥਰੂ ਨਾ ਸੁੱਕੇ। ਤੇ ਸਾਧੂ ਸਿੰਘ ਦਾ ਹੱਥ ਤੰਗ ਸੀ, ਪਰ ਬੰਦਾ ਬੜਾ ਚੰਗਾ ਨਿਕਲਿਆ। ਮੇਰੇ ਨਾਲ ਤੇ ਮੇਰੇ ਪੋਤਿਆਂ ਨਾਲ ਰਿਸ਼ਤੇਦਾਰਾਂ ਵਾਂਗ ਵਰਤਦਾ ਰਿਹਾ। ਜੜ ਲੱਗ ਗਈ। ਹੁਣ ਤਾਂ ਉਹਦੇ ਘਰ ਮੇਰਾ ਨੇ। ਭਾਗ ਜਾਗ ਪਏ।
2 ਲੜਕੇ 1 ਲੜਕੀ ਹੈ ਉਹਦੇ। ਲੜਕੀ ਤਾਂ ਆਪਣੇ ਘਰ ਬਾਹਰ ਹੈ, ਲੜਕਿਆਂ ਦੇ ਅੱਗੋਂ ਵੀ ਸੁੱਖ ਨਾਲ ਪਰਿਵਾਰ ਹੱਸਦਾ ਵਸਦਾ ਹੈ, 5 ਪੋਤਿਆਂ ਵਾਲੀ। ਸਾਧੂ ਸਿੰਘ ਤਾਂ ਹੁਣ ਬਿਰਧ ਹੋ ਗਿਆ ਹੋਣਾ। ਮੈਂ ਉਹਨੂੰ ਪੁੱਛ ਬੈਠਦਾ। ਬਜ਼ੁਰਗ ਕੁਝ ਪਲ ਚੁੱਪ ਕਰ ਜਾਂਦਾ ਹੈ। ਉਹਨੂੰ ਪੂਰੇ ਹੋਇਆਂ 4 ਸਾਲ ਹੋ ਗਏ। ਇੱਕ ਛੋਟਾ ਲੜਕਾ ਵੀ ਪਿੱਛੇ ਜੇ ਮਰ ਗਿਆ। ਪੁੱਤ ਦਾ ਸਦਮਾ, ਪਰ ਨਸੀਬ ਕੁਰਤਾ ਜੀ ਜਿਉਂਦੀ ਹੈ, ਤੁਰਦੀ ਫਿਰਦੀ, ਚੰਗੀ ਸ਼ੋਭਾ ਵਾਲੀ, ਰਿਸ਼ਤੇਦਾਰੀਆਂ 'ਚ ਚੰਗੀ ਮਾਨਤਾ, ਕਮਾਈ ਵੀ ਚੰਗੀ ਆਉਂਦੀ ਹੈ। ਲੋਕ ਵੀ ਹੁਣ ਸਭ ਕੁਝ ਭੁੱਲ ਭੁਲਾ ਗਏ। ਬਜ਼ੁਰਗੋ, ਕਿਹੜੇ ਪਿੰਡ ਹੋਇਆ ਉਹਦਾ ਰਿਸ਼ਤਾ? ਮੈਂ ਆਖਿਰ ਉਹਨੂੰ ਪੁੱਛਿਆ। ਆਹ ਪਿੰਡ ਧਨਾਸ, ਚੰਡੀਗੜ੍ਹ ਵਾਲਾ। ਭਾਈ ਹੁਣ ਤਾਂ ਉਹ ਪੰਚਾਇਤ ਦੀ ਮੈਂਬਰ ਆ, ਮਹਿਲਾ ਮੰਡਲ ਦੀ ਪ੍ਰਧਾਨ ਵੀ। ਹੁਣ ਤਾਂ ਉਹਦੀ ਰਸਾਈ ਬੜੀ ਦੂਰ ਦੂਰ ਤੱਕ ਆ। ਰੂਰਲ ਮਹਿਲਾ ਕਾਂਗਰਸ ਦੀ ਪ੍ਰਧਾਨ ਦੱਸਦੀ ਸੀ, ਦਿੱਲੀ ਦੱਖਣ ਤੱਕ ਜਲਸਿਆਂ 'ਚ ਜਾ ਆਈ, ਪਰ ਹੁਣ ਤਾਂ ਵਿਚਾਰੀ ਬਿਰਧ ਹੋ ਗਈ। ਹੁਣ ਵੀ ਤੁਹਾਡੇ ਆਉਣ ਜਾਣ ਹੈ? ਮੈਂ ਪੁੱਛਦਾ। ਹਾਂ, ਪਿੱਛੇ ਜੇ ਸੁਨੇਹਾ ਆਇਆ ਨਸੀਬ ਕੌਰ ਦਾ, ਮੈਂ ਮਿਲ ਕੇ ਆਇਆ। ਮੇਰੇ ਨਾਲ ਤਾਂ ਮੁੰਡੇ ਮਾਮੇ ਭਾਂਜੇ ਦੀ ਸਕੀਰੀ ਵਾਂਗ ਵਰਤਦੇ ਆ। ਮੈਨੂੰ ਲੱਗਦਾ ਹੈ ਜਿਵੇਂ ਬਜ਼ੁਰਗ ਦਾ ਦਿਲ ਗੱਲਾਂ ਕਰਕੇ ਹੌਲਾ ਹੋ ਗਿਆ ਹੋਵੇ। ਮੈਂ ਇੱਕ ਡੂੰਘਾ ਸਾਹ ਲੈਂਦਾ। ਬਜ਼ੁਰਗ ਸ਼ਾਂਤ ਚਿੱਤ ਹੋ ਜਾਂਦਾ ਹੈ, ਆਪਣੀ ਖੂੰਡੀ ਫੜਦਾ ਹੈ, ਵਿਦਾ ਹੋਣ ਲੱਗਦਾ ਹੈ। ਆਪ ਮੁਹਾਰੇ ਮੈਂ ਬਜ਼ੁਰਗ ਦੇ ਪੈਰ ਛੂਹਣ ਲੱਗਦਾ। ਬਜ਼ੁਰਗ ਅਸੀਸਾਂ ਦੇ ਕੇ ਉੱਠਣ ਲੱਗਦਾ ਹੈ। ਮੇਰੀ ਫਤਿਹ ਆਖੀ ਆਪਣੇ ਪਿਤਾ ਨੂੰ, ਨਾਲੇ ਆਖੀ ਬਈ ਗੁਰਦਿਆਲ ਸਿੰਘ ਰਾਏਪੁਰ ਵਾਲਾ ਮਿਲਣ ਆਇਆ ਸੀ। ਬਜ਼ੁਰਗ ਇਹ ਕਹਿ ਕੇ ਤੁਰ ਪੈਂਦਾ। ਮੈਨੂੰ ਇਹ ਇੱਕ ਅਲੌਕਿਕ ਘਟਨਾ ਜਾਪਣ ਲੱਗਦੀ ਹੈ। ਮੈਨੂੰ ਇਹ ਮਹਿਸੂਸ ਹੁੰਦਾ ਜਿਵੇਂ ਕੋਈ ਫਰਿਸ਼ਤੇ ਵਰਗਾ ਮਨੁੱਖ ਸਾਡੇ ਘਰ ਫੇਰੀ ਪਾ ਗਿਆ ਹੋਵੇ। ਮੇਰਾ ਨਿਸ਼ਚਾ ਬਣਦਾ ਹੈ ਕਿ ਮਨੁੱਖਤਾ ਕਦੇ ਮਰਦੀ ਨਹੀਂ, ਅਤੇ ਮੈਂ ਬੁੱਢੀ ਨਸੀਬ ਕੌਰ ਨੂੰ ਮਿਲਣ ਲਈ ਸੋਚਦਾ ਹਾਂ। ਧੰਨਵਾਦ।